गल इस तरह वीर जी कि एक ब्रांड होंदी है ना जिकन तुसी चल जाओ अपना किसी ब्रांड कपड़े वाली दुकान ते गैप ते चले जाओ या तुसी ओल्ड नेवी ते चले जाओ या तुसी एडिडास ते चले जाओ ਉਹਨਾਂ ਨੂੰ ਕਹੋ ਨਾ ਕਿ ਇਹ ਤੁਹਾਡੀ ਬ੍ਰਾਂਡ ਦੀ ਦੁਕਾਨ ਦੇ ਵਿੱਚ ਇਹ ਅਸੀਂ ਅਨਮਾਰਕਟੀ ਚੀਜ਼ ਵੇਚਣੀ ਹੈ ਇਹ ਲੈ ਲਓ ਸਾਡੇ ਕੋਲ ਜਿਹੜੀ ਤੁਹਾਨੂੰ ਇਹ ਚੀਜ਼ 500 ਰੁਪਏ ਦੀ ਪੈ ਰਹੀ ਅਸੀਂ ਤੁਹਾਨੂੰ 100 ਰੁਪਏ ਦੀ ਦਿੰਦੇ ਆ ਇਹਨੂੰ ਆਪਣੀ ਦੁਕਾਨ ਤੇ ਰੱਖ ਲਓ ਵੇਚੋ ਪਲੀਜ਼ ਉਹ ਕਦੇ ਵੀ ਨਹੀਂ ਲੈਣ ਲਈ ਕਦੇ ਵੀ ਨਹੀਂ ਵੇਚਣ ਲਈ ਕਿਉਂਕਿ ਉਹ ਆਪਣੀ ਬ੍ਰਾਂਡ ਲੈ ਕੇ ਚੱਲਦੇ ਨੇ ਅਸੀਂ ਜਿਸਲੇ ਦੇਸੀ ਬਰੀਡ ਦੇ ਟ੍ਰੇਡ ਵਿੱਚ ਲੈ ਕੇ ਚੱਲੇ ਆ ਉਹਦੀ ਵਜ੍ਹਾ ਇਹ ਹੀ ਸੀ ਕਿ ਅਸੀਂ ਜਿਸਲੇ ਅਨਬ੍ਰਾਂਡਡ ਗਰੁੱਪ ਦੇ ਵਿੱਚ ਸੀ ਉਸ ਵੇਲੇ 50-60,000 ਮੈਂਬਰ ਸਨ ਉਸ ਗਰੁੱਪ ਦੇ ਉੱਥੇ ਜਿਸਲੇ ਦੇਸੀ ਦੇ ਹੱਕ 'ਚ ਆਵਾਜ਼ ਚੁੱਕੀ ਗਈ ਸੀ ਤੇ ਸਾਡੇ ਮੂੰਹਾਂ ਨੂੰ ਟੇਪ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹਨਾਂ ਨੂੰ ਖਾਮੋਸ਼ ਕਰਾ ਦਿਓ ਔਰ ਉਸ ਇੰਸੀਡੈਂਟ ਦੀ ਪਹਿਲੇ ਮੈਂ ਕਦੀ ਜ਼ਾਤੀ ਤੌਰ ਤੇ ਮੁਦਾਖਲਤ ਨਹੀਂ ਸੀ ਕੀਤੀ ਭਾਵੇਂ ਕੋਈ ਸਾਲੇਜ ਵੇਚ ਰਿਹਾ ਭਾਵੇਂ ਕੋਈ ਜ਼ਹਿਰੀ ਦਵਾਈਆਂ ਵੇਚ ਰਿਹਾ ਨਾ ਮਾਈ ਕੰਸਰਨ ਮੇਰਾ ਉਹਨਾਂ ਨਾਲ ਕੋਈ ਤਲਕ ਵਾਸਤੇ ਹੀ ਨਹੀਂ ਆਇਆ ਲੋਕ ਕੰਨਾਂ ਲੈ ਰੋਟੀ ਨਹੀਂ ਖਾਂਦੇ ਲੋਕ ਵੀ ਜਾਣਦੇ ਬੁੱਝਦੇ ਨੇ ਆਪਣਾ ਨਫਾ ਨੁਕਸਾਨ ਲੇਕਿਨ ਜਿਸ ਦਿਨ ਡਾਕਟਰ ਤਬਕੇ ਦੀ ਤਰਫੋਂ ਇਹ ਕਿਹਾ ਗਿਆ ਕਿ ਸਾਹੀਵਾਲ ਗਾਂ ਸਿਰਫ ਕਸਾਈਆਂ ਦਾ ਮਾਲ ਹੈ ਔਰ ਦੂਜੇ ਨੰਬਰ ਤੇ ਇਹ ਦਾਵਾ ਕੀਤਾ ਗਿਆ ਕਿ ਜਾਨਵਰ ਨੂੰ ਤੇਲ ਦੇਣਾ ਹਰ ਹਾਲ ਵਿੱਚ ਹੀ ਨੁਕਸਾਨਦੇਹ ਇਹ ਦਾਵਾ ਬਿਲਕੁਲ ਇੰਝ ਹੀ ਹੈ ਜਿਕਣ ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਨੇ ਦਾਵਾ ਕੀਤਾ ਸੀ ਕਿ ਖੁੱਲਾ ਦੁੱਧ ਜ਼ਹਿਰ ਹੈ ਹਾਲਾਂਕਿ ਖੁੱਲਾ ਦੁੱਧ ਜ਼ਹਿਰ ਨਹੀਂ ਮਿਲਾਵਟ ਸ਼ੁਦਾ ਖੁੱਲਾ ਦੁੱਧ ਜ਼ਹਿਰ ਹੋ ਸਕਦਾ ਹੈ ਐਸੇ ਤਰ੍ਹਾਂ ਹੀ ਤੇਲ ਹਰ ਸੂਰਤ ਤੇ ਦੇਣਾ ਨੁਕਸਾਨਦੇਹ ਨਹੀਂ ਦੇਣ ਦੇ ਤਰੀਕੇ ਕਾਰ ਨਾਲ ਨੁਕਸਾਨ ਹੋ ਸਕਦਾ ਹੈ ਜਿਸ ਜਾਨਵਰ ਨੂੰ 200 ਮਿਲੀਲੀਟਰ ਤੇਲ ਦੀ ਜ਼ਰੂਰਤ ਹੋਵੇ ਉਹਨੂੰ ਅਗਰ ਤੁਸੀਂ ਪੂਰਾ ਲੀਟਰ ਹੀ ਪਿਲਾ ਦਿਓਗੇ ਤੇ ਆਬਵੀਅਸਲੀ ਉਹਦੇ ਕੋਈ ਨਾ ਕੋਈ ਸਾਈਡ ਇਫੈਕਟਸ ਹੋਣਗੇ ਪਰ ਇਹ ਗੱਲ ਇਨਸਾਨਾਂ ਤੇ ਵੀ ਫਿੱਟ ਆਉਂਦੀ ਹੈ ਜਿਹਦੇ ਕੋਲ ਕਪੈਸਿਟੀ 1 ਗਲਾਸ ਪਾਣੀ ਪੀਣ ਦੀ ਹੋਏ ਉਹਨੂੰ ਤੁਸੀਂ ਪੂਰਾ ਜੱਗ ਪਾਣੀ ਦਾ ਪਿਲਾ ਦਿਓ ਤੇ ਉਹਦੇ ਕੋਲ ਬਹਿਣਾ ਵੀ ਮੁਸ਼ਕਲ ਹੋ ਜਾਏਗਾ ਕੁਝ ਦੇਰ ਲਈ ਬਹਰਹਾਲ ਅਸੀਂ ਇਹ ਦੋ ਗੱਲਾਂ ਜਿਸਲੇ ਹੋਈਆਂ ਤੇ ਉਹਦੇ ਖਿਲਾਫ ਆਵਾਜ਼ ਚੁੱਕੀ ਔਰ ਠੀਕ ਠਾਕ ਚੁੱਕੀ ਔਰ ਫਿਰ ਆਪਰੇਸ਼ਨ ਕੀਤਾ ਸਾਇਲੇਜ ਦਾ ਵੀ ਯੂਰੀਆ ਟ੍ਰੀਟਡ ਤੂੜੀ ਦਾ ਵੀ ਬਾਜ਼ਾਰੀ ਵੰਡੇ ਦਾ ਵੀ ਔਰ ਇਹ ਆਪਰੇਸ਼ਨ ਸਿਰਫ ਹੈ ਨਹੀਂ ਕਿ ਪੋਸਟ ਲਿਖ ਦਿੱਤੀ ਤੇ ਅੱਲਾਹ ਖਾਰ ਦਲਾਇਲ ਨਾਲ ਗੱਲ ਕੀਤੀ ਸੀ ਸਭ ਨੂੰ ਦਾਵਤ ਦਿੱਤੀ ਸੀ ਕਿ ਆ ਕੇ ਸਾਡਾ ਟੇਬਲ ਟਾਕ ਕਰ ਲਓ ਲਾਈਵ ਬਹਿ ਜਾਓ ਸਾਨੂੰ ਸਮਝਾ ਦਿਓ ਜਿਹੜਾ ਬੰਦਾ ਸਾਇਲੇਜ ਦਾ ਪ੍ਰਚਾਰ ਕਰ ਰਿਹਾ ਸੀ ਉਹਨੂੰ ਸਾਰੇ ਜਾਣਦੇ ਨੇ ਇੱਥੇ ਡਾਕਟਰ ਖਾਲਦ ਪਰਵੇਜ਼ ਨੂੰ 2 ਸਾਲ ਤੱਕ ਉਸ ਬੰਦੇ ਨੇ ਤੇ ਕੰਨਾਂ ਤੇ ਜੂੰ ਹੀ ਨਹੀਂ ਰਿੰਗੀ ਉਹ ਮੰਨਿਆ ਹੀ ਨਹੀਂ ਕਿ ਸਾਇਲੇਜ ਵਿੱਚ ਟਾਕਸਨ ਹੋ ਸਕਦਾ ਹੈ ਉਹਨੇ ਕਿਹਾ ਨਹੀਂ ਹੋ ਹੀ ਨਹੀਂ ਸਕਦਾ 2 ਸਾਲ ਬਾਅਦ ਕਿਸੇ ਦੀਆਂ ਬੱਕਰੀਆਂ ਮਰਵਾ ਕੇ ਉਹਨੂੰ ਸਮਝ ਆਈ ਕਿ ਹੋ ਸਕਦਾ ਹੈ ਡਾਕਟਰ ਹੈ ਅਸੀਂ ਤੇ ਮਲੰਗ ਲੋਕ 2 ਸਾਲ ਬਾਅਦ ਫਿਰ ਉਹਦੇ ਕੋਲ ਕਿਸੇ ਮਸ਼ਵਰਾ ਮੰਗਿਆ ਜੀ ਸਾਇਲੇਜ ਤੇ ਉਹਨੇ ਕਿਹਾ ਜੀ ਇਹਦੇ 'ਚ ਟਾਕਸਨ ਹੋ ਸਕਦਾ ਇਹਨੂੰ ਟਾਕਸਨ ਬਾਈਂਡਰ ਵੀ ਖਵਾ ਲਿਆ ਕਰੋ ਠੀਕ ਹੈ ਫਿਰ ਤੇਲ ਦੀ ਥਾਂ ਤੇ ਉਹ ਬਾਈਪਾਸ ਫੈਟ ਮੁਤਬਾਦਲ ਲੈ ਕੇ ਆਇਆ ਮੈਂ ਬਾਈਪਾਸ ਫੈਟ ਦੇ ਅਗੇਂਸਟ ਨਹੀਂ ਹੈ ਅਗਰ ਹਲਾਲ ਤੈਯਬ ਚੀਜ਼ਾਂ ਨਾਲ ਬਣੀ ਹੋਏ ਮੈਂ ਆਪਣੀ ਉਮਰ ਦਾ ਜ਼ਿਆਦਾ ਹਿੱਸਾ ਬੈਰੂਨੇ ਮੁਲਕ ਗੁਜ਼ਾਰ ਦਿੱਤਾ ਮੈਂ ਇਸ ਪ੍ਰੋਡਕਸ਼ਨ ਇੰਡਸਟਰੀ ਦੇ ਅੰਦਰੋਂ ਬਾਹਰੋਂ ਵਾਕਿਫ ਹਾਂ ਮੇਰੇ ਪਾਕਿਸਤਾਨੀ ਭਰਾ ਅਗਰ ਇਸ ਗੱਲ ਨੂੰ ਨਾ ਮੰਨਣ ਤੇ ਮੈਂ ਉਹਨਾਂ ਦੇ ਕੋਈ ਟਿੰਡੇ ਨਾਲ ਮੁਸਲਤ ਨਹੀਂ ਫੈਸਲਾ ਕਰ ਸਕਦਾ ਲੇਕਿਨ ਬਾਈਪਾਸ ਫੈਟ ਦੇ ਜਿਹੜੇ ਇਬਤਦਾਈ 3 ਤਜਰਬੇ ਹੋਏ ਸਨ ਉਹਨਾਂ ਦੇ ਵਿੱਚ ਇੱਕ ਕਾਮਯਾਬ ਜਿਹੜਾ ਤਜਰਬਾ ਹੋਇਆ ਸੀ ਤਿੰਨਾਂ ਦੇ ਵਿੱਚੋਂ ਉਹ ਸੂਰ ਦੀ ਚਰਬੀ ਦਾ ਵੀ ਹੋਇਆ ਸੀ ਅੱਜ ਅਗਰ ਮੈਂ ਕਿਤੇ ਬਾਹਰੋਂ ਬਾਈਪਾਸ ਫੈਟ ਮੰਗਾਣਾ ਤੇ ਕੰਪਨੀ ਮੈਨੂੰ ਤੇ ਨਹੀਂ ਦੱਸਣ ਲਈ ਕਿ ਇਹਦੇ 'ਚ ਕੀ ਹੈ ਉਹ ਤੇ ਉਹਨਾਂ ਦਾ ਸੀਕ੍ਰੇਟ ਫਾਰਮੂਲਾ ਹੁੰਦਾ ਉਹਨਾਂ ਨੇ ਤੇ ਉਹ ਮੋਟੀ ਸਾਇੰਟੀਫਿਕ ਐਬਰੀਵੀਏਸ਼ਨ ਦੇ ਵਿੱਚ ਆਪਣੀ ਇਨਗਰੀਡੀਐਂਟਸ ਲਿਖੀ ਹੁੰਦੀ ਹੈ ਜਿਹੜੀ ਆਮ ਬੰਦੇ ਨੂੰ ਸਮਝ ਹੀ ਨਾ ਆਵੇ ਔਰ ਉਹਦੇ 'ਚ ਬਹੁਤ ਸਾਰੀ ਇਨਗਰੀਡੀਐਂਟਸ ਇਸ ਵਾਸਤੇ ਮਸ਼ਕੂਕ ਹੋ ਜਾਂਦੀ ਹੈ ਕਿ ਉਹ ਸੂਰਾਂ ਵਿੱਚ ਵੀ ਹੁੰਦੀ ਹੈ ਔਰ ਉਹ ਫਸਲਾਂ ਵਿੱਚ ਵੀ ਹੋ ਜਾਂਦੀ ਹੈ ਮਿਸਾਲ ਦੇ ਤੌਰ ਤੇ ਪ੍ਰੋਟੀਨ ਲੈ ਲਓ ਜਿਹੜੇ ਬੰਦੇ ਬਾਡੀ ਬਿਲਡਿੰਗ ਨਾਲ ਮੁਨਸਲਿਕ ਨੇ ਉਹ ਪ੍ਰੋਟੀਨ ਸ਼ੇਕ ਪੀਂਦੇ ਨੇ
ਜਾਂ ਘਰ ਦੇ ਵਿੱਚ ਪ੍ਰੋਟੀਨ ਸ਼ੇਕ ਆਪਣਾ ਬਣਾ ਕੇ ਪੀਂਦੇ ਨੇ ਜਾਂ ਬਾਜ਼ਾਰ ਤੋਂ ਲੈ ਲੈਂਦੇ ਨੇ। ਹੁਣ ਪ੍ਰੋਟੀਨ ਪਾਊਡਰ ਜਿਹੜਾ ਹੈ ਇਹ ਦੋ ਸੋਰਸਿਸ ਨਾਲ ਬਣ ਰਿਹਾ ਮਾਰਕੀਟ ਦੇ ਵਿੱਚ। ਜਿਹੜਾ ਟਾਪ ਕੁਆਲਿਟੀ ਦੇ ਪ੍ਰੋਟੀਨ ਪਾਊਡਰ ਨੇ ਦੋ ਕਿਸਮ ਦੇ ਬਣ ਰਹੇ ਨੇ। ਇੱਕ ਦੇ ਵਿੱਚ ਪ੍ਰੋਟੀਨ ਪਲਾਂਟਸ ਦੀ ਲਈ ਜਾਂਦੀ ਹੈ, ਚਾਹੇ ਉਹ ਫਸਲਾਂ ਹੋਣ, ਕਣਕ ਹੋਏ, ਜੋ ਹੋਣ, ਕੋਈ ਹੋਰ ਸ਼ੈ ਹੋਏ। ਦੂਜੇ ਦੇ ਵਿੱਚ ਜਾਨਵਰਾਂ ਦੀ ਲਈ ਜਾਂਦੀ ਹੈ, ਜਾਨਵਰਾਂ ਦੇ ਵਿੱਚ ਸੂਰ ਵੀ ਵੇਚੀ। ਹੁਣ ਇੱਕ ਬੰਦੇ ਨੇ ਜਿਹਨੂੰ ਪਤਾ ਹੀ ਨਹੀਂ ਕਿ ਇਹਦੇ 'ਚ ਸੂਰ ਦੇ ਵਿੱਚੋਂ ਪ੍ਰੋਟੀਨ ਹਾਸਲ ਕਰਕੇ ਪਾਈ ਗਈ ਹੈ, ਉਹ ਜਾਂਦਾ ਇੱਥੇ ਉਹਨਾਂ ਲਈ ਮੁਖਤਲਿਫ ਡੈਜ਼ਿਗਨੇਟਡ ਦੁਕਾਨਾਂ ਬਣੀਆਂ ਨੇ ਬਾਡੀ ਬਿਲਡਿੰਗ ਲਈ ਕਿ ਤੁਸੀਂ ਆਪਣਾ ਟਾਨਿਕਸ ਮਟੀਰੀਅਲ ਹਰ ਚੀਜ਼ ਲਾ ਸਕਦੇ ਹੋ। ਉਹ ਜਾਂਦਾ ਜਾ ਕੇ ਪ੍ਰੋਟੀਨ ਦਾ ਡੱਬਾ ਚੁੱਕਦਾ, ਘਰ ਲੈ ਆਉਂਦਾ, ਸ਼ੇਕ ਪੀ ਰਿਹਾ ਹੁੰਦਾ। ਮੈਂ ਕਹਿੰਦਾ ਯਾਰ ਇਹ ਠੀਕ ਨਹੀਂ ਹੈ ਸ਼ੇਕ। ਉਹ ਮੈਨੂੰ ਕਹਿੰਦਾ ਜੀ ਇਹ ਤਾਂ ਸਾਡੇ ਮਸਜਿਦ ਦੇ ਮੌਲਵੀ ਸਾਹਿਬ ਵੀ ਪੀਂਦੇ ਨੇ। ਠੀਕ ਹੈ, ਮੈਂ ਤੁਹਾਨੂੰ ਉਹ ਵਾਕਿਆ ਸੁਣਾ ਰਿਹਾ ਕਿ ਜਿਹੜਾ ਮੇਰੇ ਤੇ ਆਪ ਬੀਤੀ ਹੋ ਚੁੱਕੀ ਹੈ ਕਿ ਮੇਰਾ ਕਿਸੇ ਨਾਲ ਇਸ ਮੌਜੂ ਤੇ ਗੱਲਬਾਤ ਹੋ ਚੁੱਕੀ ਹੈ। ਉਹਨੂੰ ਫਿਰ ਮੈਂ ਬਹਾਲ ਕੇ ਉਹਦੇ ਹੀ ਲੈਪਟਾਪ ਤੇ ਉਹ ਹਰ ਚੀਜ਼ ਕੱਢ ਕੇ ਉਹਦੇ ਸਾਹਮਣੇ ਰੱਖਣਾ ਤੇ ਉਹ ਫਿਰ ਤੋਬਾ ਕਰਕੇ ਔਰ ਉਹ ਫਿਰ ਪਲਾਂਟ ਬੇਸਡ ਪ੍ਰੋਟੀਨ ਵਾਲੇ ਪਾਸੇ ਆਉਂਦਾ। ਐਸੇ ਤਰ੍ਹਾਂ ਹੀ ਬਾਈਪਾਸ ਫੈਟ ਜਿਹੜੀ ਹੈ ਇਹ ਤੁਸੀਂ ਘਰ ਬਣਾ ਲਓ, ਕੋਈ ਰਾਕਟ ਸਾਇੰਸ ਨਹੀਂ ਹੈ। ਇਬਤਦਾਈ ਤਜਰਬੇ ਜਿਹੜੇ ਨੇ ਉਹ ਤੇਲ ਤੇ ਵੀ ਹੋਏ ਸਨ, ਪਲਾਂਟ ਫੈਟ ਤੇ ਵੀ ਹੋਏ ਸਨ, ਸੂਅਰ ਦੀ ਫੈਟ ਤੇ ਵੀ ਹੋਏ ਸਨ। ਉਹ ਉਹਨਾਂ ਤਜਰਬਿਆਂ ਦੀ ਰੋਸ਼ਨੀ ਦੇ ਵਿੱਚ ਹਰ ਚੀਜ਼ ਸਾਰਾ ਮਵਾਦ ਤੁਹਾਨੂੰ ਲੱਭ ਜਾਂਦਾ। ਤੁਸੀਂ ਆਪਣਾ ਇੱਕ ਤਰੀਕਾਕਾਰ ਤਿਆਰ ਕਰਕੇ ਆਪਣੀ ਹਲਾਲ ਤੇ ਚੀਜ਼ਾਂ ਦੀ ਬਾਈਪਾਸ ਫੈਟ ਬਣਾ ਲਓ ਔਰ ਬਿਗ ਡੀਲ। ਐਂ ਜੀ ਬਾਜ਼ਾਰੀ ਵੰਡਾ ਲੈ ਲਓ। ਕਿਸਾਨਾਂ ਨੂੰ ਸੀਪੀ ਲੈਵਲ ਦੀ ਇੱਕ ਬੱਤੀ ਵਿਖਾ ਕੇ ਉਹਦੇ ਪਿੱਛੇ ਲਾ ਦਿੱਤਾ ਗਿਆ। ਅਵਾਇਲ ਦੇ ਵਿੱਚ ਸ਼ੁਰੂ ਜਿਸਲੇ ਮੈਂ ਇਹਦੇ ਤੇ ਗੱਲ ਕਰਨੀ ਸ਼ੁਰੂ ਕੀਤੀ ਸੀ ਨਾ, ਤੇ ਬਹੁਤ ਜ਼ਿਆਦਾ ਮੈਂਬਰ ਇਹ ਪੁੱਛਦੇ ਸਨ ਕਿ ਸੀਪੀ ਲੈਵਲ ਕਿੰਨਾ ਹੈ। ਪਹਿਲੀ ਫਾਰਮੂਲੇਸ਼ਨ ਜਿਹੜੀ ਮੈਂ ਦਿੱਤੀ ਸੀ, ਉਹ ਇੱਕ ਟੀਚਰ ਸਨ, ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ। ਮੇਰੀ ਕਿਉਂਕਿ 3-4 ਵਾਰੀ ਆਈਡੀਆਂ ਡਿਲੀਟ ਹੋ ਚੁੱਕੀਆਂ ਨੇ ਤੇ ਮੈਂ ਨਹੀਂ ਬਣਾਈ ਤੇ ਹੁਣ ਮੇਰੀ ਲਿਸਟ 'ਚ ਨਹੀਂ ਹੈ। ਉਹਨਾਂ ਨੇ ਇਸਤੇਮਾਲ ਕੀਤੀ ਫਾਰਮੂਲੇਸ਼ਨ ਤੇ ਉਹਨਾਂ ਨੇ ਆ ਕੇ ਫੀਡਬੈਕ ਦਿੱਤੀ ਕਿ ਜੀ ਮੇਰੇ ਜਾਨਵਰਾਂ ਦਾ 3-3 ਕਿਲੋ ਦੁੱਧ ਵੱਧ ਗਿਆ। ਅੱਛਾ ਜੀ, ਸਵਾਲਾਂ ਦੀ ਪੁਛਾੜ ਹੋ ਗਈ। ਜਿਹੜੇ ਬੰਦੇ ਬਾਜ਼ਾਰੀ ਵੰਡੇ ਦੀ ਤਸ਼ਹੀਰ ਕਰ ਰਹੇ ਸਨ ਉਹਨਾਂ ਨੇ ਆ ਕੇ ਸਵਾਲ ਕੀਤਾ ਜੀ ਸੀਪੀ ਲੈਵਲ ਕੀ। ਹੁਣ ਸੀਪੀ ਲੈਵਲ ਵਾਲੀ ਬੱਤੀ ਕਿਸੇ ਉਸ ਬੰਦੇ ਨੂੰ ਦੱਸਣਾ ਕਿ ਜਿਹਨੂੰ ਪਤਾ ਨਹੀਂ ਹੈ ਕਿ ਕੀ ਚਾਹੀਦਾ ਜਾਨਵਰ ਨੂੰ ਰੋਜ਼ਾਨਾ। ਫੈਟਨਿੰਗ ਵਾਲੇ ਜਾਨਵਰ ਨੂੰ ਕੀ ਚਾਹੀਦਾ, ਦੁੱਧ ਵਾਲੇ ਜਾਨਵਰ ਨੂੰ ਕੀ ਚਾਹੀਦਾ। ਕਰੂਡ ਪ੍ਰੋਟੀਨ ਖਾਲੀ ਦਿਓ ਤੇ ਇਟਸ ਵੇਸਟਫੁਲ, ਇਟਸ ਹਾਰਮਫੁਲ, ਇਹ ਨੁਕਸਾਨਦੇਹ। ਸਿਰਫ ਕਰੂਡ ਪ੍ਰੋਟੀਨ ਨਾਲ ਕੁਝ ਨਹੀਂ ਹੁੰਦਾ। ਕਰੂਡ ਪ੍ਰੋਟੀਨ ਦੇ ਨਾਲ ਯੋਮੀਆ ਮਿਨਰਲਸ ਔਰ ਵਿਟਾਮਿਨਸ ਦੀ ਇਨਟੇਕ ਬਹੁਤ ਜ਼ਰੂਰੀ ਹੈ। ਲੇਕਿਨ ਕਿਉਂਕਿ ਉਹਨਾਂ ਨੇ ਆਵਾਮ ਨੂੰ ਸੀਪੀ ਲੈਵਲ ਮਗਰ ਲਾਇਆ ਸੀ, ਯੂਰੀਆ ਪਾ ਕੇ ਉਹ ਸੀਪੀ ਲੈਵਲ ਵਧਾ ਲੈਂਦੇ ਸਨ। ਕਈ ਭਰਾਵਾਂ ਨੂੰ ਪਤਾ ਹੀ ਨਹੀਂ ਹੈ ਕਿ ਸੀਪੀ ਲੈਵਲ ਜ਼ਰੂਰਤ ਹੀ ਜ਼ਿਆਦਾ ਹੋ ਜਾਏ ਉਹ ਵੀ ਨੁਕਸਾਨਦੇਹ। ਉਹਦਾ ਕੀ ਨੁਕਸਾਨ ਹੁੰਦਾ ਫਿਰ? ਜਿਲਦ ਜਿਹੜੀ ਹੈ ਉਹ ਜਿਲਦ ਦੀ ਆਊਟਰ ਲੇਅਰ ਦੇ ਵਿੱਚ ਜ਼ਿਆਦਾ ਪ੍ਰੋਟੀਨ ਦੀ ਵਜ੍ਹਾ ਤੋਂ ਜਾਨਵਰ ਨੂੰ ਚੂਹੀਆਂ ਮੌਕੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਔਰ ਉਹ ਜ਼ਿਆਦਾਤਰ ਸ਼ੁਰੂ ਹੁੰਦੇ ਨੇ ਹਵਾਨੇ ਦੀ। ਥਣਾ ਤੇ ਵੀ ਨਿਕਲ ਆਉਂਦੇ ਨੇ, ਹਵਾਨੇ ਤੇ ਵੀ ਨਿਕਲ ਆਉਂਦੇ ਨੇ। ਫਿਰ ਉਹ ਦੌੜ ਪੈਂਦੇ ਨੇ ਪੁੱਛਣ ਹਾਂਜੀ ਕੀ ਕਰੀਏ। ਅੱਗੋਂ ਜਿਹੜੇ ਤੇ ਮੈਨੂੰ ਜਾਣਦੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਬਾਜ਼ਾਰੀ ਵੰਡੇ ਤੇ ਦੱਸਿਆ ਇਹਨੂੰ ਤੇ ਇਹ ਅੱਗੋਂ ਟੱਪ ਖਲੋਏਗਾ, ਉਹ ਮੈਨੂੰ ਝੂਠ ਮਾਰ ਦਿੰਦੇ ਨੇ, ਦੱਸਦੇ ਹੀ ਨਹੀਂ ਹਨ ਕਿ ਅਸੀਂ ਬਾਜ਼ਾਰੀ ਵੰਡਾ ਦੇ ਰਹੇ ਹਾਂ। ਪਹਿਲਾ ਸਵਾਲ ਮੇਰਾ ਇਹੀ ਹੁੰਦਾ ਹੈ ਕਿ ਹਾਂਜੀ ਖੁਰਾਕ ਜਰਾ ਬਸ਼ਮੂਲ ਵੰਡਾ ਦੱਸੋ ਕੀ ਦੇ ਰਹੇ ਹੋ। ਤੇ ਜਿਹਨਾਂ ਨੂੰ ਪਤਾ ਉਹ ਵੰਡਾ ਵਿੱਚ ਗੋਲ ਕਰਕੇ ਤੇ ਬਾਕੀ ਚੀਜ਼ਾਂ ਦੱਸ ਦਿੰਦੇ ਨੇ, ਜਵਾਰ ਪਾ ਰਹੇ, ਤੂੜੀ ਪਾ ਰਹੇ, ਇਹ ਪਾ ਰਹੇ, ਉਹ ਪਾ ਰਹੇ, ਵੰਡੇ ਦਾ ਜ਼ਿਕਰ ਹੀ ਨਹੀਂ ਕਰਦੇ, ਜਿਹੜੀ ਕਿ ਸਰਾਸਰ ਜ਼ਿਆਦਤੀ ਹੈ ਉਹਨਾਂ ਦੇ ਆਪਣੇ ਆਪ ਨਾਲ ਵੀ ਮੇਰੇ ਨਾਲ ਵੀ। ਇਹ ਕੰਮ ਨਹੀਂ ਹੋਣਾ ਚਾਹੀਦਾ। ਅੱਛਾ ਜੀ, ਉਹ ਕਰੂਡ ਪ੍ਰੋਟੀਨ ਐਕਸੈਸਿਵ ਇਨਟੇਕ ਦਾ ਨਤੀਜਾ ਇਹ ਨਿਕਲਦਾ। ਹੋਰ ਵੀ ਤੇ ਨੁਕਸਾਨਾਤ ਕਾਫੀ ਨੇ।
ਅਗਰ ਤੁਸੀਂ ਯੂਰੀਆ ਟ੍ਰੀਟਡ ਤੂੜੀ ਦੀ ਗੱਲ ਕਰਦੇ ਹੋ ਤਾਂ ਮੈਂ ਪਹਿਲੇ ਤੁਹਾਨੂੰ ਰੈਫਰੈਂਸ ਦੇ ਚੁੱਕਿਆ ਕਿ ਰਾਇਲ ਵੈਟਰਨਰੀ ਕਾਲਜ ਕਿਹਾ ਰਿਹਾ ਕਿ ਜ਼ਮੀਨ ਦੇ ਵਿੱਚ ਯੂਰੀਆ ਪਾਓ। ਇਹ ਜਿਹੜੇ ਡਾਕਟਰ ਆ ਕੇ ਹਵਾ ਦਿੰਦੇ ਨੇ ਨਾ ਜੀ, ਉਹ ਤੇ 1 ਮਹੀਨਾ ਬਾਹਰ ਪਈ ਰਹਿੰਦੀ ਹੈ, ਯੂਰੀਆ ਤੇ ਤਹਿਲੀਲ ਹੋ ਜਾਂਦਾ, ਖਤਮ ਹੋ ਜਾਂਦਾ, ਗੈਸ ਹਵਾ ਚ ਉੱਡ ਜਾਂਦੀ ਹੈ। ਉਹ ਮੈਨੂੰ ਸਿਰਫ ਇੱਕ ਗੱਲ ਦੱਸਣ ਕਿ ਫਸਲ ਦੀ ਇਹ ਬਿਜਾਈ ਹੋ ਰਹੀ ਹੈ, ਯੂਰੀਆ ਖਾਦ ਪੈ ਗਈ ਹੈ, ਡੀਏਪੀ ਪੈ ਗਈ, ਉਹ ਜ਼ਮੀਨ ਦੇ ਵਿੱਚ ਤਹਿਲੀਲ ਹੋ ਗਿਆ ਯੂਰੀਆ, ਫਸਲ ਉਗਦੀ ਹੈ। ਯੂਰੀਆ ਤਾਂ ਖਤਮ ਹੋ ਗਿਆ ਨਾ ਜੇ ਉਹਨਾਂ ਦੀ ਪੁਆਇੰਟ ਆਫ ਵਿਊ ਨਾਲ ਦੇਖੀਏ ਤੇ। ਫਿਰ ਉਸ ਫਸਲ ਦੇ ਵਿੱਚ ਕਿੱਥੋਂ ਯੂਰੀਆ ਦੇ ਅਸਰਾਤ ਆ ਗਏ, ਕਿਸ ਤਰ੍ਹਾਂ ਜਾਨਵਰ ਨੂੰ ਅਮੋਨੀਆ ਗੈਸ ਹੋ ਗਈ, ਜਾਂ ਜਾਨਵਰ ਦੀ ਫਰਟੀਲਿਟੀ ਰੇਟ ਤੇ ਕਿਸ ਤਰ੍ਹਾਂ ਫਰਕ ਪਾਉਂਦਾ ਹੈ। ਔਰ ਇਹ ਫਰਕ ਕੋਈ ਸਿਰਫ ਕਿਸੇ ਥਿਊਰੀ ਪੇਸ਼ ਨਹੀਂ ਕੀਤੀ, ਇਹ ਤੇ ਬਕਾਇਦਾ ਪੋਸਟਮਾਰਟਮ ਰਿਪੋਰਟਸ, ਲੈਬਾਰਟਰੀ ਟੈਸਟ ਵਗੈਰਾ ਦੇ ਬਾਅਦ ਉਹਨਾਂ ਨੇ ਕਨਕਲੂਡ ਕੀਤਾ ਸੀ ਕਿ ਯੂਰੀਆ ਦੀ ਵਜ੍ਹਾ ਤੋਂ ਇੰਜ ਹੋਇਆ। ਉਹ ਵੀ ਨੁਕਸਾਨਦੇਹ। ਸਾਇਲੇਜ ਵਾਲੇ ਪਾਸੇ ਆ ਜਾਓ। ਸਾਇਲੇਜ ਦੇ ਮੈਂ ਬੇਸਿਕਲੀ ਅਗੇਂਸਟ ਨਹੀਂ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਵਹਾਮ ਹੈ ਕਿ ਮਲੰਗ ਨੂੰ ਸਾਇਲੇਜ ਪਸੰਦ ਹੀ ਨਹੀਂ। ਸਾਇਲੇਜ ਉਹਨਾਂ ਇਲਾਕਿਆਂ ਦੀ ਜ਼ਰੂਰਤ ਹੈ ਜਿੱਥੇ ਸਬਜ਼ਚਾਰਾ ਨਹੀਂ ਹੁੰਦਾ, ਲੇਕਿਨ ਸਾਇਲੇਜ ਬਣਾਉਣ ਦਾ ਇੱਕ ਤਰੀਕਾਕਾਰ ਹੈ। ਸਾਇਲੇਜ ਨੂੰ ਸਾਡੇ ਲੋਕ ਪ੍ਰੈਸ ਹੀ ਨਹੀਂ ਕਰ ਸਕਦੇ, ਜਿਹੜੇ ਕਮਰਸ਼ੀਅਲ ਲੈਵਲ ਤੇ ਬਣਾ ਰਹੇ ਨੇ ਤੇ ਮਗਰੂ ਲਾਉਂਦੇ ਨੇ। ਸਭ ਤੋਂ ਪਹਿਲੇ ਉਹ ਜਿਹੜੇ ਚਾਰੇ ਦਾ ਤੁਸੀਂ ਸਾਇਲੇਜ ਬਣਾਉਣਾ ਹੈ, ਉਹਦੇ ਚੋਂ ਹਵਾ ਕੱਢਣੀ ਪੈਂਦੀ ਹੈ, ਉਹਨੂੰ ਪ੍ਰੈਸ ਕਰਨਾ ਪੈਂਦਾ। ਪ੍ਰੈਸ ਕਰਨ ਦੀ ਬਾਅਦ ਅਗਰ ਕਮਰਸ਼ੀਅਲ ਲੈਵਲ ਤੇ ਬਣਾ ਰਹੇ ਹੋ ਤਾਂ ਉਹਨੂੰ 에ਅਰ ਟਾਈਟ ਪੈਕਿੰਗ ਬਣਾਉਣੀ ਪੈਂਦੀ ਹੈ, 에ਅਰ ਟਾਈਟ ਵਾਟਰਪ੍ਰੂਫ ਪੈਕਿੰਗ। ਉਹਦੇ ਵਿੱਚ ਪੀਐਚ ਲੈਵਲ ਤੁਹਾਨੂੰ ਕੰਟਰੋਲ ਕਰਨਾ ਪੈਂਦਾ ਹੈ ਕਿ ਇਹਦਾ ਪੋਟੈਂਸ਼ੀਅਲ ਆਫ ਹਾਈਡਰੋਜਨ ਇੰਨਾ ਹੋਣਾ ਚਾਹੀਦਾ, ਇਸ ਦੀ ਘੱਟ ਜਾਂ ਵੱਧ ਹੋ ਗਿਆ ਤਾਂ ਨੁਕਸਾਨਦੇਹ। ਇੱਥੇ ਤੇ ਅੱਲਾ ਤੇ ਫਜ਼ਲੋ ਕਰਮ ਨਾਲ ਉਹ ਲੋਕ ਵੀ ਹੈ ਨੇ। ਡਾਕਟਰ ਸਾਹਿਬ ਆਏ ਸਨ ਲਾਈਵ ਪ੍ਰੋਗਰਾਮ ਦੇ ਵਿੱਚ ਇਮਰਾਨਦੀਨ ਸਾਹਿਬ ਨਾਲ ਕਾਫੀ ਅਰਸਾ ਪਹਿਲੇ, ਡਾਕਟਰ ਬਿਲਾਲ ਕਰਕੇ ਉਹਨਾਂ ਦਾ ਨਾਮ ਹੈ। ਇਹ ਉਹਨਾਂ ਡਾਕਟਰਾਂ ਵਿੱਚ ਨੇ ਜਿਨ੍ਹਾਂ ਨਾਲ ਮੇਰੀ ਸ਼ੁਰੂ ਵਿੱਚ ਮੂੰਹ ਮਾਰੀ ਹੋਈ ਸੀ। ਅੱਛਾ ਆਪਣਾ ਪੀਐਚ ਲੈਵਲ ਹੋ ਰਹੀ ਹੈ। ਮੈਂ ਥੱਲੇ ਸਵਾਲ ਕੀਤਾ ਜਨਾਬ ਕਿ ਪੀਐਚ ਲੈਵਲ ਕੀ ਹੈ, ਤੇ ਡਾਕਟਰ ਸਾਹਿਬ ਨੂੰ ਨਦੀਮ ਸਾਹਿਬ ਨੇ ਪੜ੍ਹ ਕੇ ਸਵਾਲ ਕਰ ਦਿੱਤਾ ਇਮਰਾਨ ਨਦੀਮ ਨੇ ਕਿ ਹਾਂਜੀ ਡਾਕਟਰ ਸਾਹਿਬ ਪੀਐਚ ਲੈਵਲ ਦੇ ਬਾਰੇ ਤੇ ਦੱਸੋ। ਡਾਕਟਰ ਸਾਹਿਬ ਯੂਣ ਕਰਨ। ਅਜੇ ਵੀ ਉਹ ਵੀਡੀਓ ਸ਼ਾਇਦ ਇਮਰਾਨ ਨਦੀਮ ਦੇ YouTube ਤੇ ਚਾੜੀ ਹੋਏ ਜਾਂ ਉਹਨਾਂ ਦੇ ਆਪਣੇ ਗਰੁੱਪ ਵਿੱਚ ਹੋਏ। ਮੈਂ ਫਿਰ ਥੱਲੇ ਲਿਖਿਆ ਉਹਨਾਂ ਨੂੰ ਕਮੈਂਟਸ ਦੇ ਵਿੱਚ ਕਿ ਡਾਕਟਰ ਸਾਹਿਬ ਪੀਐਚ ਦਾ ਮਤਲਬ ਹੁੰਦਾ ਹੈ ਪੋਟੈਂਸ਼ੀਅਲ ਆਫ ਹਾਈਡਰੋਜਨ। ਉੱਥੋਂ ਡਾਕਟਰ ਸਾਹਿਬ ਜਿਹੜੇ ਨੇ ਉਹ ਹਵਾ ਹੋ ਗਏ ਕਿ ਇੱਕ ਮਲੰਗ ਬੰਦਾ ਆ ਕੇ ਮੈਨੂੰ ਦੱਸ ਰਿਹਾ, ਮੈਨੂੰ ਸਮਝ ਨਹੀਂ ਆਈ। ਐਂ ਦੇ ਬੰਦੇ ਜਿਸਲੇ ਤੁਹਾਨੂੰ ਮਸ਼ਵਰਾ ਦੇਣਗੇ ਉਹ ਤੁਹਾਡਾ ਕੋਈ ਨਾ ਕੋਈ ਨੁਕਸਾਨ ਹੋਏਗਾ। ਸਾਇਲੇਜ ਬੇਸ਼ੱਕ ਬਣਾਓ, ਲੇਕਿਨ ਆਪਣਾ ਬਣਾਓ, ਬਾਜ਼ਾਰੀ ਦੀ ਦੂਰ ਰਹੋ। ਤੁਹਾਡੀ ਕੋਈ ਖਾਲਾ ਦੇ ਪੁੱਤਰ ਨਹੀਂ ਆਣ ਕੇ ਤੁਹਾਨੂੰ ਬਿਹਤਰੀਨ ਕੁਆਲਿਟੀ ਦਾ ਸਾਇਲੇਜ ਤਿਆਰ ਕਰਕੇ ਦੇਣ, ਔਰ ਉਹ ਵੀ ਸਸਤੇ ਦਾਮ। ਇਹ ਨਹੀਂ ਹੋ ਸਕਦਾ। ਆਪਣਾ ਬਣਾਓ, ਬਣਾ ਕੇ ਜਿੱਥੇ ਤੁਸੀਂ ਉਹਨੂੰ ਸਟੋਰ ਕਰਨਾ ਹੈ ਉੱਥੋਂ ਬਾਰ-ਬਾਰ ਉਹਨੂੰ ਸ਼ਿਫਟ ਨਾ ਕਰੋ, ਇੱਕ ਜਗ੍ਹਾ ਤੇ ਰੱਖੋ। ਔਰ ਉਹਨੂੰ ਇੰਜ ਖੁੱਡਾ ਹਾਰ ਨਾ ਕੱਟੋ ਕਿ ਟੋਕਰਾ ਇਧਰੋਂ ਲੈ ਲਿਆ, ਟੋਕਰਾ ਇਧਰੋਂ ਲੈ ਲਿਆ। ਉੱਤੋਂ ਲੈ ਕੇ ਥੱਲੇ ਤੱਕ ਸਟ੍ਰੇਟ ਇੱਕ ਕੰਧ ਹਾਰ, ਚਿਕਨ ਬਰਥਡੇ ਕੇਕ ਕੱਟਦੇ ਹੋ ਸਿੱਧਾ ਤੀਰ ਛੁਰੀ ਲੈ ਕੇ, ਇੰਜ ਉਹਨੂੰ ਕੱਟ ਕੇ ਇਸਤੇਮਾਲ ਕਰਨਾ। ਔਰ ਉਹਨੂੰ ਉਹਦੇ ਦੀ ਆਪਣੀ ਜ਼ਰੂਰਤ ਦੇ ਮੁਤਾਬਕ ਸਾਇਲੇਜ ਕੱਟ ਕੇ ਬਾਕੀ ਨੂੰ ਦੁਬਾਰਾ ਕਵਰ ਕਰਨਾ। ਇਹ ਤੇ ਤੁਹਾਡੇ ਆਪਣੇ ਸਾਇਲੇਜ ਦਾ ਮਹਫੂਜ਼ ਤਰੀਕਾ ਹੋ ਗਿਆ। 에ਅਰ ਟਾਈਟ ਵਗੈਰਾ ਸਭ ਤੋਂ ਪਹਿਲਾ ਤੁਹਾਡਾ ਕੰਮ ਹੈ ਉਹਨੂੰ ਚੰਗੀ ਤਰ੍ਹਾਂ ਗਾਣਾ। ਜਿਕਣ ਪਹਿਲੇ ਵਕਤਾਂ ਵਿੱਚ ਲੋਕ ਬਾਜਰਾ ਗਾਂਦੇ ਸਨ ਤੇ ਫਿਰ ਦਾਣੇ ਕੱਢਦੇ ਸਨ। ਇੰਜ ਗਾ ਕੇ ਉਹਦੇ ਜਿਹੜੇ ਨੜੀਆਂ ਨੇ ਜਿਹੜੀਆਂ ਫਸਲ ਦੀਆਂ ਉਹ ਫਿਸ ਜਾਣ, ਉਹਨਾਂ ਦੇ ਜੋ ਹਵਾ ਨਿਕਲ ਜੇ, ਫਿਰ ਤੁਸੀਂ ਉਹਨੂੰ ਸਟਾਕ ਕਰੋ। ਹੁਣ ਆ ਜਾਓ ਦੇਸੀ ਹਲ ਤੇ ਵਲੈਤੀ ਹਲ। ਵੀਰ ਜੀ ਨਹੀਂ, ਇਹਦੇ ਵਿੱਚ ਕੋਈ ਯਕੀਨ ਨਾਰਾਜ਼ਗੀ ਵਾਲੀ ਗੱਲ ਨਹੀਂ ਹੈ। ਦੇਸੀ ਬਰੀਡ ਹੁਣ ਦੇਸੀ ਨੂੰ ਹੀ ਲੈ ਕੇ ਚੱਲੇਗੀ। ਵਲੈਤੀ ਵਾਲਾ ਕਨਸੈਪਟ ਹੀ ਵਿੱਚੋਂ ਕੱਢ ਦਿੱਤਾ। ਸਾਡੀ ਆਪਣੀ ਬ੍ਰਾਂਡ ਹੋ ਗਈ ਹੈ। ਫੇਸਬੁੱਕ WhatsApp ਦੀ ਦੁਨੀਆ 'ਚ ਸਭ ਤੋਂ ਪਹਿਲਾ ਗਰੁੱਪ ਬਣਿਆ ਕਿ ਜਿਹੜਾ ਸਿਰਫ ਦੇਸੀ ਵਾਸਤੇ ਮੁਖਤ ਸੀ। ਅਸੀਂ ਇਹਨੂੰ ਇੰਝ ਹੀ ਰੱਖਾਂਗੇ। ਜਿਸ ਕਿਸੇ ਭਰਾ ਨੂੰ ਵਲੈਤੀ ਤੇ ਮਸ਼ਵਰਾ ਚਾਹੀਦਾ, ਡਾਕਟਰਸ ਮੌਜੂਦ ਨੇ, ਬੇਸ਼ੁਮਾਰ ਫੇਸਬੁੱਕ ਗਰੁੱਪ ਮੌਜੂਦ ਨੇ, WhatsApp ਗਰੁੱਪ ਮੌਜੂਦ ਨੇ।
ਅਸੀਂ ਅੱਲਾ ਦੇ ਫਜ਼ਲੋ ਕਰਮ ਦਾ ਕਿਸੇ ਕੋਲੋਂ ਇੱਕ ਟੇਢੀ ਪੈਸੇ ਦੇ ਰਵਾਦਾਰ ਨਹੀਂ, ਨਾ ਕਿਸੇ ਕੋਲੋਂ ਰਜਿਸਟ੍ਰੇਸ਼ਨ ਫੀਸ ਲਈ ਹੈ, ਨਾ ਕਿਸੇ ਨੂੰ ਕਾਰਡ ਬਣਾ ਕੇ ਦਿੱਤੇ ਨੇ, ਨਾ ਕਿਸੇ ਨੂੰ ਕੋਈ ਮਖਸੂਸ ਗਰੁੱਪ ਬਣਾ ਕੇ ਉਹਦੇ ਕੋਲ ਮੰਥਲੀ ਲੈ ਰਹੇ ਆ, ਫੀਸ ਵੀ ਲੱਲਾ ਕਰ ਰਹੇ ਆ, ਔਰ ਕਿਸੇ ਸਿਰ ਇਹਸਾਨ ਵੀ ਨਹੀਂ ਕਰ ਰਹੇ, ਆਪਣੀ ਨਸਲ ਵਾਸਤੇ ਕਰ ਰਹੇ ਆ। ਜਿਹੜੇ ਵੀਰ ਨੂੰ ਲੱਗਦਾ ਹੈ ਕਿ ਇਸ ਗਰੁੱਪ ਦੇ ਵਿੱਚ ਮੇਰੇ ਮਤਲਬ ਦੀ ਕੋਈ ਗੱਲ ਨਹੀਂ ਹੋ ਰਹੀ, ਯਾਨੀ ਕਿ ਵਲੈਤੀ ਦੀ ਔਰ ਇਹ ਹਾਈਬ੍ਰਿਡ ਔਰ ਜੀਐਮਓ ਫਸਲਾਂ ਦੇ ਬਾਰੇ ਸਾਨੂੰ ਨਹੀਂ ਮਸ਼ਵਰੇ ਦਿੱਤੇ ਜਾਂਦੇ, ਉਹ ਫੀਲ ਫਰੀ ਕਰੇ, ਉਹਨਾਂ ਗਰੁੱਪਾਂ ਨੂੰ ਜਾ ਕੇ ਜੁਆਇਨ ਕਰੇ ਜਿਹੜੇ ਜੀਐਮਓ ਨੇ ਤਰਤੀਬ ਦਿੱਤੇ ਨੇ, ਜਾਂ ਜਿਹੜੇ ਜੀਐਮਓ ਦੇ ਏਜੰਟਾਂ ਨੇ ਤਰਤੀਬ ਦਿੱਤੇ ਨੇ, ਜਾਂ ਜਿਹੜੇ ਸ਼ਾਰਟਕਟਸ ਤੇ ਮਾਹਿਰੀਨ ਨੇ ਤਰਤੀਬ ਦਿੱਤੇ ਨੇ ਕਿ ਇਧਰ आओ ਤੁਹਾਨੂੰ ਦਸੀਏ ਆਪਣੀ ਜ਼ਮੀਨ ਕਿਵੇਂ ਤਬਾਹ ਕਰਨੀ ਹੈ ਔਰ ਆਪਣੇ ਸੀਟਸ ਕਿਵੇਂ ਤਬਾਹ ਕਰਨੇ ਨੇ, ਉਹਨਾਂ ਨੂੰ ਜਾ ਕੇ ਜੁਆਇਨ ਕਰਨ। ਜਿਹੜੇ ਵੀਰਾਂ ਨੇ ਵਲਾਇਤੀ ਗਾਵਾਂ ਰੱਖੀਆਂ ਨੇ, ਸਾਡਾ ਉਹਨਾਂ ਨਾਲ ਵੀ ਕੋਈ ਇਖਤਲਾਫ ਨਹੀਂ, ਉਹ ਗਾਵਾਂ ਆਪਣੀਆਂ ਦਾ ਇਲਾਜ ਉਹਨਾਂ ਗਰੁੱਪਾਂ 'ਚ ਜਾ ਕੇ ਪੁੱਛਣ ਜਿਹੜੇ ਵਲਾਇਤੀ ਨਾਲ ਮੁਨਸਲਿਕ ਨੇ। ਇੱਥੇ ਸਿਰਫ ਔਰ ਸਿਰਫ ਦੇਸੀ ਜਾਨਵਰਾਂ ਦਾ ਇਲਾਜ, ਕੁਦਰਤੀ ਅਜਨਾਸ ਦੇ ਤਰੀਕੇਕਾਰ, ਕੁਦਰਤੀ ਸੀਡਸ ਨੂੰ ਮਹਿਫੂਜ਼ ਕਰਨ ਦੇ ਤਰੀਕੇਕਾਰ ਤੇ ਗੱਲ ਹੋਏਗੀ। ਇੱਥੇ ਬਿਲਕੁਲ ਹਾਈਬ੍ਰਿਡ, ਜੀਐਮਓ, ਜੈਨੇਟਿਕਲੀ ਇੰਜੀਨੀਅਰਡ ਔਰ ਇੰਪੋਰਟੈਂਟ ਜਾਨਵਰਾਂ ਤੇ ਕਿਸੇ ਕਿਸਮ ਦਾ ਮਸ਼ਵਰਾ ਨਹੀਂ ਹੋਣ ਲੱਗਾ। ਕਿਸੇ ਵੇਲੇ ਗਲਤੀ ਨਾਲ ਕੋਈ ਦੇ ਵੀ ਛੱਡਦਾ ਮਸ਼ਵਰਾ ਤੇ ਉਹ ਗਲਤੀ ਨਾਲ ਹੀ ਦੇਗਾ, ਇੰਟੈਂਸ਼ਨਲੀ ਨਹੀਂ ਦੇਣ ਲੱਗਾ ਇਨਸ਼ਾ ਅੱਲਾਹ ਤਾਲਾ।